ਤੁਸੀਂ ਹੁਣ ਮੇਰੇ ਕੋਲ ਇੱਥੇ ਗੱਲਬਾਤ ਲਈ ਚੱਲ ਕੇ ਆਏ ਹੋ ਤੇ ਮੈਂ ਤੁਹਾਨੂੰ ਕਹਾਂ ਕਿ ਕੋਈ ਨਹੀਂ ਲੋੜ ਹੋਗੀ ਤੁਹਾਨੂੰ ਫਿਰ ਬੁਲਾ ਲਾਂਗੇ, ਤੁਸੀਂ ਕਿੱਥੋਂ ਆਉਣਾ। ਸੋ ਇਸ ਤਰੀਕੇ ਨਾਲ ਕਿਸੇ ਨੂੰ ਬੇਇੱਜ਼ਤ ਕਰਨਾ, ਘਰ ਆਏ ਹੋਏ ਨੂੰ ਇੱਕ ਸਾਂਝਾ ਪੇੜ ਬਣਿਆ ਹੋਇਆ। ਸੋ ਇਹ ਆ ਕਿ ਜਦੋਂ ਇਹਨਾਂ ਦੀ ਹਰ ਬਾਜੀ ਪੁੱਠੀ ਪੈਣ ਦੀ ਆ, ਕਦੇ ਕੁਛ ਕਰਦੇ ਆ। ਹੁਣ NIA ਦੇ ਸਾਹਮਣਾ ਦੀ ਵੀ ਗੱਲ ਆ। ਹੁਣ ਜੇ ਕੋਈ ਮੂਵਮੈਂਟ ਚੱਲਣੀ ਆ, ਇਹ ਬੜੀ ਪੀਸਫੁਲ ਮੂਵਮੈਂਟ ਆ, ਕੋਈ ਹਥਿਆਰਬੰਦ ਨਹੀਂ ਕੀ, ਕਿਉਂਕਿ ਪਿਛੋਕੜ ਦੇ ਵਿੱਚ ਸਦੀਆਂ ਪਿਛਾਂ ਘੁੰਮ ਕੇ ਵੇਖੀਏ ਨਾ ਤੇ ਇਹ ਕਿੱਡੀ ਮੁਬਾਰਕ ਧਰਤੀ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਹੋਰ ਪਾਤਸ਼ਾਹੀਆਂ ਇਸ ਧਰਤੀ ਤੇ ਆਪਣਾ ਪ੍ਰਕਾਸ਼ ਧਾਰਦੇ ਕਿ ਸਾਡਾ ਦਿਲ ਜਿਹੜਾ ਵਾ ਉਹ ਧੜਕਦਾ ਵਾ ਨਨਕਾਣਾ ਸਾਹਿਬ ਲਈ। ਸਾਡਾ ਜਨਮ ਸਥਾਨ ਆ, ਸਿੱਖੀ ਦਾ ਜਨਮ ਸਥਾਨ ਆ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਸਥਾਨ ਆ। ਤੇ ਪਰ ਸਾਨੂੰ ਦੁਖਾਂਤ ਇਹ ਆ ਕਿ ਸਿੱਖ ਵਿਚਾਰਧਾਰਾ ਜਿਹੜੀ ਬਿਲਕੁਲ ਪੰਥ ਨੂੰ ਪੜਨਾਏ ਹੋਏ ਉਹਨਾਂ ਬੰਦਿਆਂ ਦੀਆਂ ਜੂਨੀਆਂ ਸੱਚਾਈ ਦੀਆਂ ਸੀ। ਉਹ ਬੰਦਾ ਕਹਿੰਦਾ ਕਿ ਨਹੀਂ ਯਾਰ ਮੈਨੂੰ ਕੰਮ ਪੈ ਗਿਆ। ਉਹ ਕਹਿੰਦਾ ਕਿਉਂ? ਕਹਿੰਦਾ ਕੋਈ ਦੂਰ ਦਾ ਰਿਸ਼ਤੇਦਾਰ ਮੁੱਕ ਗਿਆ, ਮੈਂ ਉੱਥੇ ਜਾਣਾ। ਉਹ ਕਹਿੰਦਾ ਵੀ ਜਿਸ ਦਿਨ ਮੈਂ ਪਹਿਲੀ ਵਾਰੀ ਗਿਆ ਨਾ, ਉਹ ਬੰਦਾ ਕਹਿਣ ਲੱਗਾ ਬੁਲਾਰਾ, ਕਹਿੰਦਾ ਮੇਰਾ ਤਾਇਆ ਪੂਰਾ ਆਇਆ ਸੀ, ਉਹਦਾ ਸੰਸਕਾਰ ਮੈਂ ਛੱਡ ਕੇ ਤੇ ਫਿਰ ਇੱਥੇ ਪਹੁੰਚ ਗਿਆ ਮੋਰਚੇ ਤੇ ਕਹਿੰਦਾ ਕਿਉਂ ਪਹੁੰਚਿਆ ਇਹ ਸੁਣ ਲਾ ਕਿ ਤਾਇਆ ਜਾਂਦਾ ਜਾਂਦਾ ਕਹਿ ਗਿਆ ਸੀ ਪੁੱਤ ਮੋਰਚੇ ਤੇ ਜ਼ਰੂਰ ਜਾਈਂ। ਜੀ ਕੀ ਫਤਿਹ। ਤੁਸੀਂ ਸਿੱਖ ਚੈਨਲ ਨਾਲ ਬਣੇ ਹੋਏ ਹੋ। ਮੈਂ ਮਨਦੀਪ ਸਿੰਘ ਸਿੰਘੂ ਬਾਰਡਰ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ। ਕਿਸਾਨ ਸੰਘਰਸ਼ ਕਈ ਪੜਾਵਾਂ ਤੋਂ ਹੁੰਦਾ ਹੋਇਆ 26 ਤਰੀਕ ਦੇ ਨੇੜੇ ਢੁਕਦਾ ਜਾ ਰਿਹਾ ਹੈ। ਜਿਵੇਂ ਜਿਵੇਂ 26 ਤਰੀਕ ਨਜ਼ਦੀਕ ਆ ਰਹੀ ਹੈ, ਸਰਕਾਰ ਦੇ ਵਿੱਚ ਵੀ ਕਈ ਤਰ੍ਹਾਂ ਦੀ ਤੜਥੱਲੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ, ਕਿਉਂਕਿ ਪਹਿਲਾਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਵੱਖ-ਵੱਖ ਕਾਫੀ ਹੁੰਦਾ ਸੀ, ਪਰ ਹੁਣ ਇੱਕ ਦਿਨ ਬਾਅਦ ਹੀ ਜਿਹੜੀ ਸਰਕਾਰ ਨੇ ਮੀਟਿੰਗ ਰੱਖੀ ਹੈ ਉਹ ਤੋਂ ਇਹ ਸਮਝ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਘਬਰਾਹਟ ਦੇ ਵਿੱਚ ਹੈ। ਕਿਸਾਨ ਜਥੇਬੰਦੀਆਂ ਵੀ ਮੀਟਿੰਗਾਂ ਕਰ ਰਹੀਆਂ ਨੇ ਕਿਉਂਕਿ ਕੇਂਦਰ ਸਰਕਾਰ ਨੇ ਇੱਕ ਨਵਾਂ ਪ੍ਰਪੋਜ਼ਲ ਹੈ ਜਿਹੜਾ ਉਹ ਕਿਸਾਨ ਜਥੇਬੰਦੀਆਂ ਸਾਹਮਣੇ ਰੱਖਿਆ ਹੈ। ਇਹਨਾਂ ਸਾਰੀਆਂ ਗੱਲਾਂ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਪਪਲਪ੍ਰੀਤ ਸਿੰਘ ਜੀ, ਪੱਤਰਕਾਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਸੰਘਰਸ਼ ਨੂੰ ਕਿਵੇਂ ਦੇਖਦੇ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਸੰਘਰਸ਼ ਕਿਸ ਦੌਰ ਦੇ ਵਿੱਚੋਂ ਲੰਘ ਰਿਹਾ ਹੈ। ਤੁਹਾਡਾ ਸਵਾਗਤ ਹੈ ਚੈਨਲ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਮਿਹਰਬਾਨੀ ਗੱਲਬਾਤ ਲਈ। ਆਪਾਂ ਇਹੀ ਕਹਿ ਸਕਦੇ ਹਾਂ ਕਿ ਜਿਹੜਾ ਦੌਰ ਦੀ ਗੱਲ ਕੀਤੀ ਤੁਸੀਂ, ਇੱਕ ਪਾਵਰਫੁਲ ਦੌਰ ਦੇ ਵਿੱਚੋਂ ਦੀ ਸਿੱਖ ਕਿਸਾਨ ਸੰਘਰਸ਼ ਲੰਘ ਰਿਹਾ। ਇਸ ਨਾਲ ਇਹ ਆ ਕਿ ਜਿਹੜਾ ਸਰਕਾਰ ਦੀ ਬੁਖਲਾਹਟ ਜਿਹੜੀ ਆ ਪਿਛਲੇ ਦਿਨੀ, ਜਿਵੇਂ ਤੁਸੀਂ NIA ਦੇ ਸੰਮਨ ਵੇਖੇ ਕਿ 50 ਦੇ ਕਰੀਬ ਬੰਦਿਆਂ ਨੂੰ ਭੇਜੇ ਗਏ। ਉਹ ਬੰਦੇ ਉਹ ਸਨ ਜਿਹੜੇ ਲੰਗਰਾਂ ਦੀ ਸੇਵਾ ਕਰ ਰਹੇ ਆ ਜਾਂ ਕੋਈ ਛੋਟੀਆਂ ਐਕਟੀਵਿਟੀਜ਼ ਕਰ ਰਹੇ ਆ ਜਿਹਦੇ ਨਾਲ ਕਿਸਾਨ ਸੰਘਰਸ਼ ਨੂੰ ਬਲ ਮਿਲਦਾ, ਚਾਹੇ ਉਹ ਆਉਣ ਜਾਣ ਦਾ ਵਾ, ਲੋਕਾਂ ਨੂੰ ਲੈ ਕੇ ਆਉਣ ਦਾ। ਸੋ ਜਦੋਂ ਅਜਿਹੀਆਂ ਦ੍ਰਿਸ਼ ਜਿਹੜੇ ਆ ਦਿਸਣ ਲੱਗ ਪੈਣ ਤਾਂ ਸਾਫ਼ ਆ ਕਿ ਸਰਕਾਰ ਦੀ ਅਖਲਾਕੀ ਹਾਰ ਹੋ ਰਹੀ ਆ ਤੇ ਫਿਲਹਾਲ ਤਾਂ ਇਹੀ ਦਿਸ ਰਿਹਾ ਜੀ। ਸਰਕਾਰ ਦੀ ਗੱਲ ਕਰੀਏ ਕਿ ਮੀਟਿੰਗਾਂ ਨੇ ਜਿਹੜੀਆਂ ਪਹਿਲਾਂ ਬੜੀ ਦੇਰੀ ਦੇ ਬਾਅਦ ਰੱਖੀਆਂ ਜਾਂਦੀਆਂ ਸਨ, 5-5 7-7 ਦਿਨ ਦਾ ਉਹਨਾਂ ਦੇ ਵਿੱਚ ਗੈਪ ਹੁੰਦਾ ਸੀ, ਪਰ ਹੁਣ ਇੱਕੇ ਦਿਨ ਦਾ ਗੈਪ। ਅਤੇ ਕੱਲ ਜਦੋਂ ਅਸੀਂ ਮੀਟਿੰਗ ਦੇ ਵਿੱਚ ਵੀ ਸਾਂ, ਉੱਥੇ ਸਰਕਾਰ ਨੇ ਇਹ ਵੀ ਗੱਲ ਕਹੀ ਕਿ ਤੁਸੀਂ 11 ਵਜੇ ਤੱਕ ਬਹਿ ਜਾਓ ਕਿਸਾਨ ਆਗੂਆਂ ਨੂੰ, ਜਾਂ ਕੱਲ ਹੀ ਗੱਲ ਕਰ ਲੈਂਦੇ ਆ। ਕੀ ਲੱਗਦਾ ਕਿ ਸਰਕਾਰ 26 ਨੂੰ ਲੈ ਕੇ ਕਿਤੇ ਨਾ ਕਿਤੇ ਬੜੀ ਚਿੰਤਤ ਹੈ? ਹਾਂਜੀ, ਇਹ ਜਿਹੜਾ ਜੇ ਕੱਲ ਮੀਟਿੰਗ ਹੋਣ ਤੋਂ ਬਾਅਦ ਤੁਰੰਤ ਅਗਲੇ ਦਿਨ ਦਾ ਹੀ ਟਾਈਮ ਦੇ ਦੇਣਾ, ਉਹਦਾ ਕਾਰਨ ਇਹ ਆ ਕਿ ਇਹ 26 ਨੂੰ ਰੋਕਣਾ ਚਾਹੁੰਦੇ ਆ। ਤੇ ਇੱਥੇ ਵੀ ਅਸੀਂ ਕੱਲ ਵੇਖ ਰਹੇ ਸਾਂ ਕਿ ਬਹੁਤ ਜ਼ਿਆਦਾ ਫੋਰਸ ਜਿਹੜੀ ਡਿਪਲੋਏ ਕੀਤੀ ਗਈ ਤੇ ਪੁਲਿਸ ਦੇ ਨਾਲ ਮੀਟਿੰਗਾਂ ਵੀ ਜਿਹੜੀਆਂ ਕੁਝ ਹੋਈਆਂ ਨੇ ਕਿਸਾਨ ਆਗੂਆਂ ਦੀਆਂ, ਕੁਝ ਅੱਜ ਬਾਰੇ ਵੀ ਕਹਿ ਰਹੇ ਸਨ ਚੁੜਨੀ ਸਾਹਿਬ। ਸੋ ਕੁੱਲ ਮਿਲਾ ਕੇ ਆ ਕਿ ਬੜਾ ਉਹਨਾਂ ਦੇ ਅੰਦਰ ਖੌਫ ਹੁੰਦਾ, ਕਿਉਂਕਿ ਸਰਕਾਰ ਨੇ ਜਿਹੜਾ ਆਪਣਾ ਖੌਫ ਹੈ ਨਾ ਉਹਨੂੰ ਦਿਖਾਉਣਾ ਨਹੀਂ ਹੁੰਦਾ। ਉਹ ਉਸ ਚੀਜ਼ ਨੂੰ ਜਿਹੜਾ ਫੋਰਸ ਦੇ ਰੂਪ ਦੇ ਵਿੱਚ ਉਹਨਾਂ ਨੇ ਚਾਹੇ ਵਧੇਰੇ ਫੋਰਸ ਲਾ ਕੇ ਜਾਂ ਡਿਪਲੋਮੈਟਿਕਸ ਵੇ ਨਾਲ ਟਾਕ ਕਰਕੇ ਉਸ ਤਰੀਕੇ ਨਾਲ ਢਾਲਣਾ ਹੁੰਦਾ। ਬਾਕੀ ਇਹ ਆ ਕਿ ਸਾਨੂੰ ਮੰਨ ਲੈਣਾ ਚਾਹੀਦਾ ਸਾਰਿਆਂ ਨੂੰ ਕਿ ਬੜਾ ਜ਼ਬਰਦਸਤ ਦਬਾਅ ਸਰਕਾਰ ਦੇ ਉੱਤੇ ਹੈ, ਤੇ ਪਰ ਉਹ ਉਸ ਮੂਡ 'ਚ ਨਹੀਂ ਗਾ ਕਿ ਜਿਵੇਂ ਕਿ ਉਸ ਨੂੰ ਜਿਹੜੀ ਸਾਡੀ ਸਾਰਿਆਂ ਦੀ ਮੰਗ ਆ ਕਿ ਤਿੰਨੇ ਕਾਨੂੰਨ ਜਿਹੜੇ ਰੱਦ ਹੋਣੇ ਚਾਹੀਦੇ ਆ, MSP ਦੀ ਜਿਹੜੀ ਗਰੰਟੀ ਆ ਉਹ ਹੋਣੀ ਚਾਹੀਦੀ ਆ। ਸੋ ਇਹ ਕਹਿ ਲਓ ਕਿ ਇਕੱਲੀ ਕਿਸਾਨੀ ਨੂੰ ਨਹੀਂ ਉਹ ਤਬਾਹ ਕਰਨਾ ਚਾਹੁੰਦੇ, ਇੱਕ ਤਰ੍ਹਾਂ ਦੀ ਸੱਭਿਅਤਾ ਦਾ ਨਾਸ ਮਾਰਨਾ ਚਾਹੁੰਦੇ ਆ। ਪੰਜਾਬ ਦੇ ਲੋਕ, ਕਿਉਂਕਿ ਆਪਾਂ ਪੰਜਾਬ ਦੇ ਵਾਸੀ ਆ, ਅਸੀਂ ਆਪਣੇ ਖੇਤਰੀ ਤੌਰ ਤੇ ਗੱਲ ਪਹਿਲਾਂ ਕਰਾਂਗੇ, ਅਸੀਂ ਬੜੇ ਅਣਖੀਲੇ ਲੋਕ ਆ। ਜਿਹੜਾ ਅਣਖ ਵਾਲਾ ਬੰਦਾ ਉਹ ਚੁੱਭਦਾ ਵਾ, ਤੇ ਉਹ ਇਸ ਤਰੀਕੇ ਨਾਲ BJP ਦੀ ਇੱਕ ਸਿਆਸੀ ਇੱਛਾ ਵੀ ਆ ਕਿ ਪੰਜਾਬ ਤੇ ਉਹ ਰਾਜ ਵੀ ਕਰਨਾ ਚਾਹੁੰਦੀ ਆ, ਤੇ ਉਹ ਉਹਨਾਂ ਦੀ ਪੂਰੀ ਨਹੀਂ ਹੋਣੀ ਭਾਵੇਂ ਇਹ ਜਿਹੜੀ ਗੱਲ ਆ। ਪਰ ਜਿਵੇਂ ਅਗਲੇ ਦੀ ਮਨਸ਼ਾ ਵਾ ਕਿ ਉੱਥੋਂ ਦੇ ਲੋਕਾਂ ਨੂੰ ਇਸ ਤਰੀਕੇ ਨਾਲ ਦਬੱਲੋ, ਘਸਿਆਰੇ ਬਣਾ ਦਿਓ, ਉਹਨਾਂ ਨੂੰ ਆਰਥਿਕ ਤੌਰ ਤੇ ਕੰਗਾਲ ਕਰੋ, ਉਹਨਾਂ ਦੀ ਜ਼ਮੀਨਾਂ ਖੋਣ ਦੇ ਮਨਸੂਬੇ ਜਿਹੜੇ ਆ ਬਿਲਕੁਲ ਤਿਆਰ ਹੋ ਚੁੱਕੇ ਆ, ਕਾਨੂੰਨਾਂ ਰੂਪ 'ਚ ਸਾਹਮਣੇ ਆ ਚੁੱਕੇ ਆ। ਪਰ ਇਹ ਇੱਕ ਬੜਾ ਮੁਬਾਰਕ ਸਮਾਂ ਵਾ ਕਿ ਲੋਕ ਜਿਹੜੇ ਆ ਇੰਨੇ ਸੋਹਣੇ ਤਰੀਕੇ ਨਾਲ ਇਕਜੁੱਟਤਾ ਦੇ ਨਾਲ ਉੱਠੇ ਆ, ਤੇ ਉਹ ਇਕੱਲੇ ਉੱਠੇ ਹੀ ਨਹੀਂ ਕਿ ਉਹਨਾਂ ਨੇ ਫਿਰ ਇਹ ਧਈਆ ਕਰ ਲਿਆ ਕਿ ਅਸੀਂ ਉਹਦਾ ਵਾਪਸ ਨਹੀਂ ਜਾਵਾਂਗੇ। ਮੈਂ ਬਜ਼ੁਰਗ ਸਿੱਖਾਂ ਨਾਲ ਗੱਲ ਕੀਤੀ, ਉਹ ਕਹਿੰਦੇ
ਮੈਂ ਇੱਕ ਬਜ਼ੁਰਗ ਕਹਿੰਦੇ ਮੈਂ ਘਰੋਂ ਆਇਆ ਸਾਂ ਤੇ ਕਹਿ ਕੇ ਆਇਆ ਕਿ ਮੰਜਾ ਖੜਾ ਕਰ ਚੱਲਿਆ, ਜੇ ਮੈਂ ਆਉਂਗਾ ਤੇ ਜਿੱਤਿਆ ਵਾਪਸ ਆਉਂਗਾ ਤੇ ਫਿਰ ਆ ਕੇ ਮੈਂ ਆਪੇ ਡਾਲੂੰ। ਸੋ ਇਹ ਇੱਥੋਂ ਤੱਕ ਲੋਕੀ ਜਿਹੜਾ ਜਿਉਣਾ ਵਾ ਨਾ, ਜਿਉਣਾ ਤੁਸੀਂ ਤਾਂ ਸਮਝ ਸਕਦੇ ਹੋ ਜੇ ਤੁਹਾਨੂੰ ਮੌਤ ਚੇਤੇ ਆ। ਗੁਰਬਾਣੀ 'ਚ ਵੀ ਸਾਨੂੰ ਵਾਰ-ਵਾਰ ਕਿਹਾ ਗਿਆ, ਮਹਾਰਾਜ ਨੇ ਬਾਣੀ ਦੇ ਵਿੱਚ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਉਹ ਚਾਹੇ ਸਪਿਰਚੁਅਲਿਟੀ ਦੇ ਰੂਪ 'ਚ ਹੋਵੇ ਜਾਂ ਸੰਘਰਸ਼ ਦੇ ਰੂਪ 'ਚ ਹੋਵੇ, ਕੁੱਲ ਮਿਲਾ ਕੇ ਇਹ ਆ ਕਿ ਲੋਕਾਂ ਨੇ ਜਿਹੜਾ ਆਪਣਾ ਜਜ਼ਬਾ, ਉਹਦੀ ਬੜੀ ਕਮਾਲ ਦੀ ਇੱਕ ਮਿਸਾਲ ਪੇਸ਼ ਕੀਤੀ ਆ, ਜਿਹੜੀ ਜਿਸ ਗੱਲ ਦੀ ਅਣਹੋਂਦ ਲੱਗ ਰਹੀ ਸੀ। ਸੋ ਇਹ ਬੜੇ ਸਮੇਂ ਨਾਲ ਲੋਕਾਂ ਦਾ ਜਾਗਣਾ, ਫਿਰ ਇੱਥੇ ਇਕਜੁੱਟਤਾ ਨਾਲ ਸੰਘਰਸ਼ ਸ਼ਾਮਲ ਹੋਣਾ। ਬੇਸ਼ੱਕ ਆਪਾਂ ਜਾਣਦੇ ਹਾਂ ਕਿ ਹੋ ਸਕਦਾ ਤੁਸੀਂ ਇੰਟਰਵਿਊ 'ਚ ਉਸ ਗੱਲ ਨੂੰ ਲੈ ਕੇ ਵੀ ਆਓ ਕਿ ਸਟੇਜ ਤੋਂ ਕੁਝ ਅਜਿਹੀਆਂ ਗੱਲਾਂ ਵਾਪਰਦੀਆਂ ਜਿਹੜੀਆਂ ਕਿਤੇ ਨਾ ਕਿਤੇ ਦਿਲ ਦਿਖਾਉਂਦੀਆਂ, ਚਾਹੇ ਉਹ ਦੀਪ ਸਿੱਧੂ ਨੂੰ ਸਟੇਜ ਤੇ ਬੋਲਣ ਤੋਂ ਰੋਕਣਾ, ਚਾਹੇ ਉਹ ਨਿਸ਼ਾਨ ਸਾਹਿਬ ਦੇ ਉੱਤੇ ਗੱਲਬਾਤ, ਹਾਂ ਫਿਰ ਲੱਖੇ ਨੂੰ ਰੋਕਣਾ, ਨਿਸ਼ਾਨ ਸਾਹਿਬ ਇਹ ਕਹਿਣਾ ਕਿ ਇੱਥੋਂ ਲਾਹ ਦਿਓ, ਨਿਹੰਗ ਸਿੰਘੋ ਤੁਸੀਂ ਚਾਲੇ ਪਾ ਦਿਓ। ਹੁਣ ਇੱਕ ਗੱਲ ਵੇਖੋ, ਕਹਿੰਦੇ ਰਾਜੇਵਾਲ ਦਾ ਕਹਿਣਾ ਸੀ ਕਿ ਤੁਹਾਨੂੰ ਬਾਅਦ 'ਚ ਬੁਲਾ ਲਵਾਂਗੇ, ਤੁਸੀਂ ਹੁਣ ਮੇਰੇ ਕੋਲ ਇੱਥੇ ਗੱਲਬਾਤ ਲਈ ਚੱਲ ਕੇ ਆਏ ਹੋ ਤੇ ਮੈਂ ਤੁਹਾਨੂੰ ਕਹਾਂ ਕਿ ਕੋਈ ਨਹੀਂ, ਲੋੜ ਹੋਊਗੀ ਤੁਹਾਨੂੰ ਫਿਰ ਬੁਲਾ ਲਾਂਗੇ, ਤੁਸੀਂ ਕਿੱਥੋਂ ਆਉਣਾ। ਸੋ ਇਸ ਤਰੀਕੇ ਨਾਲ ਕਿਸੇ ਨੂੰ ਬੇਇੱਜ਼ਤ ਕਰਨਾ, ਘਰ ਆਏ ਹੋਏ ਨੂੰ ਇੱਕ ਸਾਂਝਾ ਪੇੜ ਬਣਿਆ ਹੋਇਆ, ਉਹਦੇ ਵਿੱਚ ਸਾਰਿਆਂ ਨੂੰ ਇੱਜ਼ਤ ਦੇਣੀ ਚਾਹੀਦੀ ਆ, ਬਹੁਤ ਰਿਸਪੈਕਟਫੁਲ ਵੇ ਦੇ ਨਾਲ ਗੱਲ ਕਰਨੀ ਆ ਚਾਹੀਦੀ ਆ। ਠੀਕ ਆ, ਸਰਕਾਰਾਂ ਆਪਣੇ ਟੈਕਟਿਕਸ ਵਰਤਦੀਆਂ, ਜਿਹੜਾ ਮੋਦੀ ਦਾ ਮੀਡੀਆ ਵਾ ਉਹਨਾਂ ਨੇ ਵੀ ਆਪਣਾ ਇੱਕ ਤਰੀਕਾ ਵਰਤਿਆ। ਕਈ ਲੋਕ ਤਾਂ ਉਸ ਨੂੰ ਐਂ ਬੋਲਦੇ ਆ ਕਿ ਜੇ ਕੋਈ ਕਿਸੇ ਨੂੰ ਖਾਲਿਸਤਾਨੀ ਕਹਿੰਦਾ ਹੈ ਕਿ ਜੀ ਬਦਨਾਮ ਕਰਨਾ ਚਾਹੁੰਦੇ, ਨਹੀਂ ਜੀ, ਜੇ ਕਿਸੇ ਦੀ ਵਿਚਾਰਧਾਰਾ ਖਾਲਿਸਤਾਨੀ, ਸਾਨੂੰ ਮਾਣ ਹੈ ਉਸ ਚੀਜ਼ ਤੇ। ਸੋ ਬਾਕੀ ਇਹਨਾਂ ਦਾ ਤਰੀਕਾ ਹੁੰਦਾ ਕਿ ਉਸ ਨੂੰ ਇਹ ਰੰਗਤ ਜਿਹੀ ਦਿੰਦੇ ਆ ਕਿ ਇਹ ਜੀ ਦਹਿਸ਼ਤ ਦਾ ਨਾਮ ਆ, ਇਦਾਂ ਉਦਾਂ। ਆ ਕੱਲ ਦੀ ਗੱਲ ਆ, ਇੱਥੇ ਜਵਾਨ ਦੱਸ ਰਹੇ ਸਨ, ਮੈਂ ਗੱਲਬਾਤ ਦੇ ਦੌਰਾਨ ਪਤਾ ਲੱਗਾ ਕਿ ਜਦੋਂ ਇਹਨਾਂ ਨੇ ਵਾਰ-ਵਾਰ ਟੀਵੀ ਦੇ ਉੱਤੇ ਦਿਖਾਇਆ ਨਾ ਕਿ ਸੰਤ ਜਰਨੈਲ ਸਿੰਘ ਦੇ ਪੋਸਟਰ ਲੱਗੇ ਆ ਭਿੰਡਰਾਂ ਵਾਲਾ, ਉਹ ਆਵਾਜ਼ ਨੇ ਦਰਬਾਰ ਸਾਹਿਬ ਤੇ ਐ ਜੋ ਕੁਝ ਪਿਛਲੀ ਬੈਕਗ੍ਰਾਉਂਡ ਬਣਾਉਂਦੇ ਆ। ਸਾਡੇ ਤਾਂ ਕੌਮੀ ਨਾਇਕ ਨੇ, 20ਵੀਂ ਸਦੀ ਦੇ ਮਹਾਨ ਸਿੱਖ ਨੇ, ਸਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ ਨੇ, ਤੇ ਉਹ ਜਿਹੜਾ ਇਹਨਾਂ ਦਾ ਵੇਖੋ, ਇਹ ਜ਼ਹਿਰ ਘੋਲ ਰਿਹਾ, ਜ਼ਹਿਰ ਸਾਡੇ ਲਈ ਅੰਮ੍ਰਿਤ ਕਿੱਦਾਂ ਬਣ ਰਿਹਾ। ਉਹ ਕੀ ਹੋਇਆ, ਹਰਿਆਣੇ ਦੇ ਨੌਜਵਾਨਾਂ ਨੇ ਟੀਵੀ ਵੇਖਿਆ, ਜ਼ਹਿਰ ਤੋਂ ਉਹਨਾਂ ਨੇ ਇਹ ਸੁਣੀ ਕਿ ਜਿਹੜਾ ਸਟਰਗਲ ਆ ਕਿਸਾਨਾਂ ਦਾ, ਉੱਥੇ ਜੀ ਤਸਵੀਰਾਂ ਲੱਗੀਆਂ ਹੋਈਆਂ, ਸੰਤਾਂ ਦੀਆਂ ਤਸਵੀਰਾਂ, ਇਹ ਜਿੱਦਾਂ ਉਹਨਾਂ ਨੂੰ ਸੰਤ ਨਾਮ ਤਾਂ ਲੈਂਦੇ ਨਹੀਂ, ਜਰਨੈਲ ਸਿੰਘ ਭਿੰਡਰਾਂਵਾਲਾ ਬੋਲਦੇ ਆ, ਤੇ ਇੱਥੇ ਆਣ ਕੇ ਹਰਿਆਣੇ ਦੇ ਜੱਟਾਂ ਦੇ ਮੁੰਡੇ ਕਹਿੰਦੇ ਜੀ ਉਹ ਤਸਵੀਰ ਚਾਹੀਦੀ ਆ, ਜਿਹੜੀ ਤਸਵੀਰ ਲੱਗੀ ਆ। ਉਹ ਕਹਿੰਦੇ ਤਸਵੀਰ ਤਾਂ ਹੈ ਨਹੀਂ, ਉਹ ਕਹਿੰਦੇ ਫਿਰ ਉਹ ਕੋਈ ਕਿਤਾਬ ਦੇ ਦਿਓ। ਸੋ ਇਹ ਆ ਕਿ ਜਦੋਂ ਇਹਨਾਂ ਦੀ ਹਰ ਬਾਜੀ ਪੁੱਠੀ ਪੈਣ ਦੀ ਆ, ਕਦੇ ਕੁਛ ਕਰਦੇ ਆ। ਹੁਣ NIA ਦੇ ਸਾਹਮਣਾ ਦੀ ਵੀ ਗੱਲ ਆ, ਹੁਣ ਜੇ ਕੋਈ ਮੂਵਮੈਂਟ ਚੱਲਣੀ ਆ, ਇਹ ਬੜੀ ਪੀਸਫੁਲ ਮੂਵਮੈਂਟ ਆ, ਕੋਈ ਹਥਿਆਰਬੰਦ ਨਹੀਂ ਗੀ, ਤੇ ਉਹਦੇ ਲਈ ਖਰਚੇ ਚਾਹੀਦੇ ਆ। ਖਰਚੇ ਜੇ ਕਿਸੇ ਸਿੱਖ ਨੇ ਕੋਈ ਦਾਨ ਦਸਵੰਧ ਭੇਜ ਦਿੱਤਾ ਤੇ ਉਹ ਸਿੱਖਾਂ ਦਾ ਦਾਨ ਜਾਣਾ ਕਿੱਥੇ ਆ? ਇਹਨਾਂ ਕੰਮੇ ਤੇ ਲੱਗਣਾ ਬੜਾ ਸੁਚਾਰੂ ਕੰਮ ਆ। ਗੁਰੂ ਦੇ ਸਿੱਖਾਂ ਲਈ ਲੰਗਰ ਛਕਣਾ ਇਹ ਤੇ ਪੁੰਨ ਦਾ ਕੰਮ ਆ। ਸਾਨੂੰ ਵਾਰ-ਵਾਰ ਰਹਿਤਨਾਮੇ 'ਚ ਵੀ ਕਿਹਾ ਗਿਆ, ਜਾਂ ਉੱਦਾਂ ਵੀ ਗੱਲ ਆਉਂਦੀ ਕਿ ਸਿੱਖ ਨੂੰ ਤੇ ਪਾਣੀ ਪਿਆਉਣ ਦਾ ਵੀ ਬੜਾ ਪੁੰਨ ਆ। ਤੇ ਸੋ ਇੱਥੇ ਤਾਂ ਸਾਰੇ ਛਕ ਰਹੇ ਜੀ ਆਇਆਂ ਨੂੰ, ਤੇ ਬਾਕੀ ਹੋਰ ਕੋਈ ਗੱਲ ਕਰਨੀ ਤੇ ਆਪਾਂ ਤੋਰਦੇ ਹਾਂ ਜੀ। ਜਿੱਦਾਂ ਕਿ ਤੁਸੀਂ ਸਟੇਜ ਦੀ ਗੱਲ ਕੀਤੀ ਹੈ ਕਿ ਸਟੇਜ ਉੱਤੋਂ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਉਹ ਸੰਘਰਸ਼ ਨੂੰ ਢਾਹ ਵੀ ਲਾਉਂਦੀਆਂ ਨੇ। ਕੀ ਲੱਗਦਾ ਕਿ ਇਸ ਸੰਘਰਸ਼ ਨੂੰ ਜੋ ਸਟੇਜ ਤੇ ਗੱਲਾਂ ਬਾਤਾਂ ਹੋਈਆਂ ਨੇ, ਉਹਨਾਂ ਦੇ ਨਾਲ ਕਿੰਨੀ ਕੁ ਢਾਹ ਲੱਗੀ ਹੈ? ਵੇਖੋ, ਢਾਹ ਲੱਗਣ ਲੱਗੀ ਸੀ ਤੇ ਗੱਲ ਸੰਭਲੀ ਗਈ। ਉਹ ਕਿੱਦਾਂ ਸੰਭਲੀ ਗਈ? ਜਿਵੇਂ ਕਿ ਸਾਡੇ ਵਰਗੇ ਬੰਦੇ ਐਕਟਿਵਿਸਟ ਦੇ ਰੂਪ ਦੇ ਵਿੱਚ, ਜਾਂ ਜਿਹੜੇ ਇੱਥੇ ਜਿਹੜੇ ਸ਼ੇਰਦਿਲ ਬੰਦੇ ਇੱਥੇ ਪਹੁੰਚੇ ਹੋਏ ਆ, ਘਰ ਦਾ ਸਭ ਕੁਝ ਛੱਡ ਕੇ 2-2 ਮਹੀਨਿਆਂ ਤੋਂ ਸਾਡੇ ਸੱਜਣ ਇੱਥੇ ਪਹੁੰਚੇ, ਹੋਰ ਸਿੱਖ ਵੀ ਪਹੁੰਚੇ ਆ, ਹੋਰ ਲੋਕ ਵੀ ਪਹੁੰਚੇ ਆ ਨਾ। ਜਿਹੜੇ ਬੰਦੇ ਕਹਿੰਦੇ 26 ਤਰੀਕ ਤੋਂ ਬਾਅਦ ਮੈਂ ਘਰੇ ਨਹੀਂ ਗਿਆ, 26 ਨਵੰਬਰ ਤੋਂ, ਅੱਜ ਹੁਣ 26 ਜਨਵਰੀ ਆਉਣ ਵਾਲੀ, 2 ਮਹੀਨੇ ਹੋਣ ਲੱਗੇ। ਅਜਿਹੇ ਲੋਕ ਜਦੋਂ ਦਬਾਅ ਦੇ ਰੂਪ ਦੇ ਵਿੱਚ ਅੱਗੇ ਆਉਂਦੇ ਆ ਤੇ ਫਿਰ ਇਹ ਬੰਦੇ ਮਾਫੀ ਮੰਗ ਲੈਂਦੇ ਆ। ਇਹ ਤਾਂ ਹੁਣ ਤੁਸੀਂ ਵੇਖਿਆ ਨਾ, ਰੀਸੈਂਟਲੀ ਸਰਦਾਰ ਗੁਰਨਾਮ ਸਿੰਘ ਚੜੂਨੀ ਨੂੰ ਕਿਸਾਨ ਮੋਰਚੇ ਚੋਂ, ਸੰਯੁਕਤ ਮੋਰਚੇ ਚੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਜਦੋਂ ਦਬਾਅ, ਜਦੋਂ ਚੂੜੀ ਕੱਸੀ ਗਈ, ਫਿਰ ਕਹਿੰਦੇ ਜੀ ਆਓ ਜੀ ਤੁਸੀਂ ਨਾਲ ਜਿਓ ਸਾਡੇ। ਸੋ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਪਰ ਜਿਹੜਾ ਲੋਕਾਂ ਦਾ, ਜੇ ਲੋਕ ਜਾਗਦੇ ਰਹਿਣਗੇ ਨਾ ਤੇ ਲੋਕ ਉਸ ਨੂੰ ਕਵਰ ਕਰ ਲੈਣਗੇ। ਸੋ ਸਾਨੂੰ, ਮੇਰਾ ਸਾਰਿਆਂ ਤੱਕ ਇਹੀ ਸੰਦੇਸ਼ ਆ ਕਿ ਸਾਨੂੰ ਜਾਗਦੇ ਰਹਿਣਾ ਚਾਹੀਦਾ। ਜਿਹੜਾ ਕੋਈ ਬੁਰਾ ਐਕਟ ਕਰਦਾ, ਕੋਈ ਵੀ ਹੋਵੇ, ਉਹ ਹੋ ਸਕਦਾ ਮੈਂ ਵੀ ਹੋਵਾਂ, ਤੇ ਫਿਰ ਤੁਹਾਨੂੰ ਹੱਕ ਆ ਕਿ ਤੁਸੀਂ ਵਿਰੋਧ ਕਰੋ। ਵਿਰੋਧ ਦਾ ਤਰੀਕਾ ਵੀ ਇਹ ਹੁੰਦਾ ਕਿ ਪਹਿਲਾਂ ਪ੍ਰੇਮ ਨਾਲ ਸਮਝਾ ਲਓ, ਅਗਰ ਨਹੀਂ ਮੰਨਦਾ ਤੇ ਫਿਰ ਕਈ ਤਰੀਕੇ ਨੇ, ਪ੍ਰੋਟੈਸਟ ਵੀ ਹੋਣਾ ਵਾ, ਮੁਰਦਾਬਾਦ ਵੀ ਹੋ ਜਾਂਦੀ ਆ, ਤੁਹਾਡੇ ਸਾਰਿਆਂ ਦੇ ਸਾਹਮਣੇ ਜੀ। ਤੁਸੀਂ ਪੰਜਾਬ ਦੀ ਧਰਤੀ ਦੀ ਵੀ ਗੱਲ ਕੀਤੀ ਹੈ ਕਿ ਇਸ ਧਰਤੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ। ਇਹ ਕੋਸ਼ਿਸ਼ਾਂ ਅੱਜ ਦੀਆਂ ਨਹੀਂ, ਇਤਿਹਾਸ ਦੇਖੀਏ ਤਾਂ ਬੜੀਆਂ ਪੁਰਾਣੀਆਂ ਚੱਲਦੀਆਂ ਆਉਂਦੀਆਂ ਨੇ। ਕੀ ਲੱਗਦਾ ਹੈ ਕਿ ਇਹ ਸਰਕਾਰ ਇਸ ਧਰਤੀ ਨੂੰ ਦਬਾ ਸਕਦੀ ਹੈ, ਜਾਂ ਜੋ ਇਹ ਕਾਨੂੰਨ ਲਾਗੂ ਕਰਨਾ ਚਾਹੁੰਦੇ ਨੇ, ਜੇਕਰ ਇਹ ਲਾਗੂ ਹੁੰਦੇ ਨੇ ਤਾਂ ਇਸ ਧਰਤੀ ਦਾ ਭਵਿੱਖ ਕੀ ਹੋਵੇਗਾ? ਵੇਖੋ ਜੀ,
ਲਾਗੂ ਨਹੀਂ ਹੋਣੇ, ਲਾਗੂ ਹੋਣੇ ਨਹੀਂ, ਇਹ ਸਾਡਾ ਇਤਿਹਾਸ ਬੋਲਦਾ। ਕਿਉਂਕਿ ਪਿਛੋਕੜ ਦੇ ਵਿੱਚ ਸਦੀਆਂ ਪਿਛਾਂਹ ਘੁੰਮ ਕੇ ਵੇਖੀਏ ਨਾ, ਤੇ ਇਹ ਕਿੱਡੀ ਮੁਬਾਰਕ ਧਰਤੀ ਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਹੋਰ ਪਾਤਸ਼ਾਹੀਆਂ ਇਸ ਧਰਤੀ ਤੇ ਆਪਣਾ ਪ੍ਰਕਾਸ਼ ਧਾਰਦੀਆਂ। ਸਾਡੇ ਸੱਚੇ ਸਤਿਗੁਰ ਨੇ ਇਹ ਧਰਤੀ ਚੁਣੀ, ਅਕਾਲ ਦਾ ਤਖਤ ਇੱਥੇ ਉਸਾਰਿਆ ਗਿਆ, ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ। ਦਸਵੇਂ ਪਾਤਸ਼ਾਹ ਨੇ, ਆਪਾਂ ਕੱਲ੍ਹ ਹੀ ਅਜੇ ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾ ਕੇ ਹਟੇ ਆ। ਅਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਆ ਨਾ, ਹੁਣ ਤੁਸੀਂ ਐਂ ਕਹਿੰਦੇ ਹੋ ਨਾ ਵੀ ਇਹ ਪੰਜਾਬ ਨੂੰ ਮੇਟਣਾ ਚਾਹੁੰਦੇ ਹਨ, ਤੁਹਾਡਾ ਸਵਾਲ ਉਧਰ ਉਸ ਪਾਸੇ ਜਾਂਦਾ ਕਿ ਜ਼ਮੀਨਾਂ ਖੋਹਣੀਆਂ, ਲੋਕਾਂ ਦਾ ਉੱਜੜ ਜਾਣਾ, ਇੱਕ ਹਿਜਰਤ ਤਾਂ ਜਾਰੀ ਆ ਬੇਸ਼ੱਕ, ਪਰ ਜੇ ਕੋਈ ਗੁਰੂ ਦੇ ਭਾਣੇ 'ਚ ਆ ਜੇ ਨਾ ਤੇ ਫਿਰ ਉਹ ਮਰਦਾ ਨਹੀਂਗਾ। ਦਸਵੇਂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਆ ਸਿੱਖਾਂ ਨੂੰ, ਤੇ ਜਦੋਂ 5 ਬਾਣੀਆਂ ਪੜ੍ਹੀਆਂ ਪਾਤਸ਼ਾਹ ਨੇ ਨਾ, ਤੇ ਖੰਡਾ ਜਿਹੜਾ ਵਾ ਪਾਣੀ 'ਚ ਘੋਲਿਆ, ਮਿੱਠੇ ਪਤਾਸੇ ਪਾਏ, ਤੇ ਕਹਿੰਦੇ ਆ ਖੰਡੇ ਨੂੰ ਸੰਸਕ੍ਰਿਤ ਦੇ ਵਿੱਚ ਉਹਦਾ ਅਰਥ ਮੌਤ ਆ। ਮੌਤ ਘੋਲ ਕੇ ਪਿਆਈ ਹੋਵੇ ਤੇ ਫਿਰ ਉਹ ਅੰਮ੍ਰਿਤ ਬਣ ਗਈ ਹੋਵੇ, ਤੇ ਉਹਨਾਂ ਦੇ ਵਾਰਸ ਜਿਉਂਦੇ ਹੋਣ, ਫਿਰ ਧਰਤੀ ਮਿਟਦੀ ਨਹੀਂ। ਇਹ ਗੱਲ ਕਾਇਮ ਰਹਿਣੀ ਆ, ਸਦਾ ਸਦਾ ਰਹਿਣੀ ਆ। ਇਹਨਾਂ ਦੇ ਨਾ ਸਿਰਫ ਰਾਜਸੀ ਇੱਛਾ ਵੀ ਆ, ਸਾਡੇ ਨਾਲ ਜਿਹੜੀ ਇੱਕ ਫਾਸ਼ੀਵਾਦੀ ਤਰੀਕੇ ਨਾਲ ਜਿਹੜੀ ਹਿੰਦੂਤਵੀ ਨਫ਼ਰਤ ਆ 550 ਸਾਲਾਂ ਤੋਂ, ਜਦੋਂ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਨੇਊ ਪਾਉਣ ਤੋਂ ਨਾ ਕੀਤੀ, ਇਹ ਉਦੋਂ ਤੋਂ ਜਾਰੀ ਆ। ਇਹ ਸਾਨੂੰ ਮੇਟਣਾ ਚਾਹੁੰਦੀ ਆ, ਪਰ ਇਹ ਮੇਟ ਨਾ ਸਕੇ। ਕਈ ਆਏ ਆ, ਇਹ ਤੁਹਾਡੇ ਸਾਹਮਣੇ ਆ ਕਿ ਮੁਗਲ ਆਏ, ਫਨਾਹ ਹੋਏ, ਗੁਰੂ ਕਾ ਖਾਲਸਾ ਉੱਠਿਆ, ਜਿੱਧਰੋਂ ਆਏ ਉੱਧਰ ਨੂੰ ਭਜਾਏ, ਫਿਰ ਦੁਰਾਨੀ ਆਏ, ਉਹਨਾਂ ਦਾ ਮੂੰਹ ਮੋੜਿਆ, ਗੋਰਾ ਆਇਆ, ਗੋਰੇ ਨੂੰ ਇੱਥੋਂ ਛੱਡਣਾ ਪਿਆ। ਬੇਸ਼ੱਕ ਅਸੀਂ ਆਪਣਾ ਰਾਜ ਭਾਗ ਨਹੀਂ ਸਥਾਪਿਤ ਕਰ ਸਕੇ, ਕੋਈ ਘਾਟਾਂ ਸੀ, ਤੇ ਉਹ ਗੱਲ ਵੀ ਚਿੰਤਤ ਸਾਨੂੰ ਕਰਦੀ ਆ। ਤੇ ਇੱਥੇ ਵੀ ਗੱਲ ਇਦਾਂ ਦੀ ਆ, ਕਈ ਐਂ ਬੰਦੇ ਕਹਿਣਗੇ ਕਿ ਸਿੱਖੀ ਦੀ ਗੱਲ ਨਾ ਕਰੋ ਜੀ, ਇਹਦੇ 'ਚ ਸਿਆਸਤ ਦੀ ਗੱਲ ਨਾ ਕਰੋ ਜੀ। ਹੁਣ ਇਹ ਚੀਜ਼ਾਂ ਜਿਹੜੀਆਂ ਸਾਡੇ ਰੋਜ਼ ਦੇ ਸਰੋਕਾਰ ਆ, ਅਸੀਂ ਇਹਦੇ ਨਾਲ ਬੱਝੇ ਹੋਏ ਆ। ਸਿੱਖੀ ਤਾਂ ਸਾਡਾ ਧਰਮ ਆ ਨਾ, ਤੇ ਧਰਮ ਨੂੰ ਕੋਈ ਘਰੇ ਥੋੜਾ ਛੱਡ ਕੇ ਆਉਂਦਾ ਹੁੰਦਾ। ਉਹੀ ਗੱਲ ਹੈ ਕਿ ਜੇਕਰ ਅਸੀਂ ਕੇਸਰੀ ਨਿਸ਼ਾਨ ਸਾਹਿਬ ਅਤੇ ਆਪਣੀ ਪੰਥ ਦੀ ਗੱਲ ਛੱਡਣੀ ਹੁੰਦੀ ਤਾਂ ਸਾਨੂੰ ਪਾਕਿਸਤਾਨ ਦੇ ਵਿੱਚੋਂ ਆਪਣੀ ਜ਼ਮੀਨਾਂ ਛੱਡ ਕੇ ਆਉਣ ਦੀ ਕੀ ਲੋੜ ਸੀ? ਉਹ ਤਾਂ ਵੱਖਰੇ ਹਾਲਾਤ ਬਣੇ, ਤੇ ਉਹ ਇੱਕ ਇਸ ਤੋਂ ਵੱਖਰਾ ਵਿਸ਼ਾ ਵਾ। ਇਹਦੇ ਨਾਲ ਸਾਡੇ ਗੁਰਦੁਆਰੇ ਵੀ ਜਿਹੜੇ ਆ ਉਹ ਛੁੱਟੇ ਵੀ ਆ, ਪਰ ਸਿੱਖ ਆਪਣੀ ਅਣਖ ਨਹੀਂ ਛੱਡਦਾ। ਜੇ ਸਿੱਖ ਦੇ ਪਾਕਿਸਤਾਨ ਦੇ ਤੁਸੀਂ ਗੁਰਧਾਮਾਂ ਦੀ, ਗੁਰਦੁਆਰਾ ਸਾਹਿਬ ਦੀ ਗੱਲ ਕੀਤੀ, ਤਾਂ ਸਿੱਖ ਦੀ ਅਰਦਾਸ ਦਾ ਹਿੱਸਾ ਬਣੇ। ਤੇ ਆਪਾਂ ਦੋਵੇਂ ਵੇਲੇ ਜਦੋਂ ਅਰਦਾਸ ਕਰਦੇ ਹਾਂ, ਹੱਥ ਜੋੜਦੇ ਹਾਂ ਅਕਾਲ ਪੁਰਖ ਜੀ ਮਹਾਰਾਜ ਦੇ ਅੱਗੇ, ਤਾਂ ਅਸੀਂ ਕਹਿੰਦੇ ਮਹਾਰਾਜ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰ ਦਿਓ। ਤੇ ਤੁਸੀਂ ਵੇਖੋ ਕੌਮਾਂਤਰੀ ਤੌਰ ਤੇ ਜਿਹੜੇ ਹਾਲਾਤ ਬਦਲੇ ਆ। ਜੇ ਕਰਤਾਰਪੁਰ ਸਾਹਿਬ ਦਾ ਲਾਂਘਾ, ਉਹ ਇੱਕ ਅੰਤਰਰਾਸ਼ਟਰੀ ਤੌਰ ਤੇ ਇਤਿਹਾਸਿਕ ਗੱਲ ਵਾਪਰੀ ਆ ਕਿ ਉਸ ਲਾਂਘੇ ਦਾ ਖੁੱਲ੍ਹਣਾ, ਹੁਣ ਇਹਨਾਂ ਉਹ ਵੀ ਬੇਈਮਾਨੀ ਤਰੀਕੇ ਨਾਲ ਬੰਦ ਕੀਤਾ ਹੋਇਆ। ਸਿੱਖ ਤਾਂ ਚਾਹੁੰਦੇ ਆ ਕਿ ਦੁਬਾਰਾ ਖੁੱਲ੍ਹੇ, ਉਹ ਤਾਂ ਕਹਿੰਦੇ ਜੀ ਆਓ ਜੀ ਆਇਆਂ ਨੂੰ, ਤੇ ਇਹ ਬਹਾਨੇ ਕਰਦੇ ਜੀ ਕੋਵਿਡ ਆ। ਹੁਣ ਇੱਥੇ ਲੱਖਾਂ ਲੋਕ ਆ, ਇੱਥੇ ਕਿੱਥੇ ਕੋਵਿਡ ਗਿਆ? ਸੋ ਇਹ ਇੱਕ ਸਾਨੂੰ ਨੱਪਣ ਦੀ ਗੱਲ ਆ। ਜਿਹੜੀ ਗੱਲ ਦੂਸਰੀ ਤੁਸੀਂ ਕਹੀ ਆ, ਉਹ ਅਰਦਾਸ 'ਚ ਸਾਡੇ ਸ਼ਾਮਲ ਆ ਕਿ ਸਾਡਾ ਦਿਲ ਜਿਹੜਾ ਵਾ ਉਹ ਧੜਕਦਾ ਵਾ ਨਨਕਾਣਾ ਸਾਹਿਬ ਲਈ। ਸਾਡਾ ਜਨਮ ਸਥਾਨ ਆ, ਸਿੱਖੀ ਦਾ ਜਨਮ ਸਥਾਨ ਆ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਸਥਾਨ ਆ, ਤੇ ਇਹ ਗੱਲ ਜੀ। ਕੱਲ੍ਹ ਦੀ ਮੀਟਿੰਗ ਦੇ ਵਿੱਚ ਸਰਕਾਰ ਨੇ ਇੱਕ ਪ੍ਰਪੋਜ਼ਲ ਆ ਜਿਹੜਾ ਕਿਸਾਨ ਜਥੇਬੰਦੀਆਂ ਨੇ ਸਾਹਮਣੇ ਰੱਖਿਆ ਕਿ ਇੱਕ ਕਮੇਟੀ ਬਣਾ ਲੈਂਦੇ ਆ 2-2.5 ਸਾਲਾਂ ਵਾਸਤੇ, ਸਾਲ 1.5 ਸਾਲ ਵਾਸਤੇ ਇਹਨਾਂ ਕਾਨੂੰਨਾਂ ਨੂੰ ਹੋਲਡ ਤੇ ਰੱਖਦੇ ਆ। ਉਹ ਕਮੇਟੀ ਫੈਸਲਾ ਕਰੇਗੀ ਕਿ ਕਾਨੂੰਨ ਲਾਗੂ ਕਰਨੇ ਜਾਂ ਰੱਦ ਕਰਨੇ ਨੇ। ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਸੋਚ ਕੇ ਦੱਸਾਂਗੇ, ਤੇ ਜੇਕਰ ਕਿਸਾਨ ਜਥੇਬੰਦੀਆਂ ਇਸ ਪ੍ਰਪੋਜ਼ਲ ਨੂੰ ਮੰਨ ਲੈਂਦੀਆਂ ਨੇ ਤਾਂ ਲੋਕ ਰੋਹ ਕਿਸ ਪਾਸੇ ਜਾਵੇਗਾ? ਲੋਕਾਂ ਨੇ ਇਹਨਾਂ ਨੂੰ ਮੰਨਣ ਨਹੀਂ ਦੇਣਾ। ਇਹ ਮੰਨਣਗੇ ਕਿਵੇਂ? ਜਿਹੜਾ ਇਹ ਪਹਿਲਾਂ ਸ਼ਗੂਫੇ ਆ ਜਿਹੜੇ ਸਿਆਸੀ ਬੰਦੇ ਛੱਡਦੇ ਆ, ਪਾਵਰ ਵਾਲਾ ਹਾਕਮ ਇਦਾਂ ਹੀ ਕਰਦਾ ਹੁੰਦਾ। ਉਹ ਤੁਹਾਡੀ ਤਾਕਤ ਨੂੰ ਠੁੱਸ ਕਰਨਾ ਚਾਹੁੰਦਾ। ਹੁਣ ਵੇਖੋ ਅੱਜ ਇੱਥੇ ਲੱਖਾਂ ਲੋਕ ਹਾਜ਼ਰ ਨੇ, ਉਹ ਚਾਹੁੰਦੇ ਇੱਕ ਵਾਰੀ ਘਰੇ ਚਲੇ ਜਾਣ, ਬਾਅਦ 'ਚ ਕਿੰਨੇ ਆਉਣਾ? ਹੁਣ ਜੇ ਸਾਰੇ ਬੰਦੇ ਤੁਸੀਂ ਚਾਹੇ ਮੀਡੀਆ ਲਓ, ਮੈਂ ਇੱਥੇ ਹੁਣ ਇਸ ਵੇਲੇ ਤਾਂ ਇੱਕ ਕਿਸਾਨ ਵਜੋਂ ਹੀ ਬੋਲ ਰਿਹਾ ਨਾ, ਤੇ ਇੱਥੇ ਗੱਲ ਆ ਕਿ ਜੇ ਬੰਦੇ ਇੱਥੋਂ ਹਾਰੇ ਹੋਏ ਮਨ ਨਾਲ ਜਾਣਗੇ, ਅਧੂਰੀ ਜਿੱਤ ਨਾਲ ਜਾਣਗੇ, ਮਨੋਬਲ ਨਹੀਂ ਬਣਨਾ ਫਿਰ। ਤੇ ਰਹੀ ਗੱਲ, ਇਹ ਤਾਂ ਹੁਣ ਮੈਂ ਨਹੀਂ ਅਜੇ ਕਲੀਅਰ ਕਿ ਉਹਨਾਂ ਨੇ ਕਿਸਾਨਾਂ ਨੇ ਇਦਾਂ ਕੁਝ ਕਿਹਾ ਜਾਂ ਕੀ, ਪਰ ਉਹ ਉਠਾਇਆ ਮੀਟਿੰਗ ਤੇ ਬੇਸਿੱਟਾ ਰਹੀ ਆ। ਪਰ ਇਹ ਸਰਕਾਰ ਦੇ ਵੱਲੋਂ ਅਜਿਹੇ ਸ਼ਗੂਫੇ ਪਹਿਲਾਂ ਵੀ ਛੱਡੇ ਗਏ ਆ ਕਿ ਸੋਧਾਂ ਕਰਵਾ ਲਓ ਜੀ, ਹੁਣ ਸਟੇ ਲੈ ਲਓ ਜੀ, ਇੰਨੇ ਸਮਾਂ ਲਾਗੂ ਨਹੀਂ ਹੋਊਗਾ। ਪਰ ਨਹੀਂ, ਲੋਕ ਇਦਾਂ ਨਹੀਂ ਮੰਨਣਗੇ।
ਇਹ ਗੱਲ ਆਪਾਂ ਨੂੰ ਐ ਨਹੀਂ ਸੋਚਣਾ ਚਾਹੀਦਾ ਕਿ ਇਹ ਜਿਹੜਾ ਸੰਘਰਸ਼ ਆ ਇਕੱਲੀ ਉਹ ਸਟੇਜ ਤੇ ਚੱਲ ਰਿਹਾ। ਸੰਘਰਸ਼ ਤੇ ਤੰਬੂਆਂ ਤੇ ਟਰਾਲੀਆਂ ਤੇ ਸੜਕ ਤੇ ਚੱਲ ਰਿਹਾ, ਲੰਗਰਾਂ 'ਚ ਵੀ ਸਾਡੀ ਗੱਲ ਚੱਲ ਰਹੀ ਹੈ। ਜਿੱਥੇ ਵੀ ਮਹਾਰਾਜ ਹੁਣ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਉੱਥੇ ਸਾਰੀਆਂ ਗੱਲਾਂ ਉਹ ਕਹਿ ਰਹੇ ਆ। ਕਮੈਂਟਰੀ ਮੈਂ ਹੁਣੇ ਸੁਣ ਰਿਹਾ ਸਾਂ, ਇੱਥੇ ਬੈਠਾ ਉਹ ਕਹਿੰਦੇ ਆਹ ਜਿਹੜੇ ਸਾਰੇ ਬੈਠੇ ਆ ਇਹ ਬਿੱਲ ਰੱਦ ਕਰਾਉਣ ਵਾਸਤੇ ਆਏ ਆ। ਮਤਲਬ ਇਹ ਗੱਲ ਕਰਨ ਦਾ ਤਰੀਕਾ ਸੀ ਬਹੁਤ ਸੋਹਣਾ ਕਮੈਂਟੇਟਰ ਦਾ, ਕਿ ਉਹਨੇ ਇਸ ਤਰ੍ਹਾਂ ਕਿਹਾ ਕਿ ਇਹ ਕਬੱਡੀ ਵੇਖਣ ਨਹੀਂ ਆਏ, ਇਹ ਕਾਨੂੰਨ ਖੇਤੀ ਕਾਨੂੰਨ ਜਿਹੜੇ ਮਾਰੂ ਨੇ ਉਹਨੂੰ ਰੱਦ ਕਰਾਉਣ ਆਏ ਆ ਜੀ। ਕਿਸਾਨ ਆਗੂਆਂ ਦੀ ਗੱਲ ਕਰੀਏ ਕਿ ਉਹਨਾਂ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ? ਕਿਹੜੀ ਸਥਿਤੀ ਦੇ ਵਿੱਚ ਸਾਡੇ ਇਸ ਵਕਤ ਕਿਸਾਨ ਆਗੂ ਨੇ? ਜਿਹੜੀ ਵਿਚਾਰਧਾਰਕ ਡਿਫਰੈਂਸਸ ਨੇ ਉਹ ਬਹੁਤ ਮਾਇਨਾ ਰੱਖਦੇ ਆ। ਕੱਲ ਵੀ ਮੇਰੇ ਇੱਕ ਮਿੱਤਰ ਨਾਲ ਗੱਲ ਚੱਲ ਰਹੀ ਸੀ, ਉਹ ਕਹਿੰਦੇ ਵੀ ਸਾਡਾ ਜਿਹੜੇ ਵਿਚਾਰਧਾਰਕ ਮਤਭੇਦ ਨੇ ਕੋਈ ਐ ਨਹੀਂਗਾ ਕਿ ਅਸੀਂ ਇਹਨਾਂ ਨੂੰ ਕੁਰਸੀ ਤੋਂ ਲਾ ਕੇ ਕੋਈ ਆਪ ਪ੍ਰਧਾਨ ਬਣ ਜਾਣਾ। ਠੀਕ ਹੈ, ਚਲਾਈ ਜਾਣ ਆਪਣੇ ਯੂਨੀਅਨਸ, ਪਰ ਜਿਹੜੀ ਖੱਬੇ ਪੱਖੀ ਕਾਮਰੇਡੀ ਵਿਚਾਰਧਾਰਾ ਵਾ ਉਹ ਸਿੱਖਾਂ ਨਾਲ ਈਰਖਾ ਸਾੜਾ ਕਰਦੇ ਆ, ਸਾਨੂੰ ਬਰਦਾਸ਼ਤ ਨਹੀਂ ਕਰਦੇ। ਗੁਰੂ ਦਾ ਸਿੱਖ ਸਰਬੱਤ ਦਾ ਭਲਾ ਮੰਗਦਾ, ਪਰ ਉਹ ਸਰਬੱਤ ਦੇ ਭਲੇ ਵਾਲੇ ਨਾਲ ਜਿਹੜਾ ਕੋਈ ਈਰਖਾ ਕਰੂਗਾ ਉਹ ਟਿਕ ਨਹੀਂ ਸਕਦਾ। ਇਹਨਾਂ ਦੇ ਇੱਥੇ ਪੱਬ ਲੱਗਣੇ ਨਹੀਂ ਕਿਦਾ ਵੀ ਸ਼ਾਇਦ ਐਕਟਿਵਿਜ਼ਮ ਦੇ ਵਿੱਚ ਇਹਨਾਂ ਦਾ ਚੁੱਪ ਚਪੀਤੇ ਜਿਹੇ ਐਕਟਿਵਿਜ਼ਮ ਚੱਲ ਰਿਹਾ ਵਾ। ਸਾਡੇ ਤੋਂ ਇਸ ਕੰਮ 'ਚ ਉਹ ਅੱਗੇ ਆ, ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਆ। ਸਾਡੀ ਅਣਹੋਂਦ ਹੋਣੀ, ਸਿੱਖ ਸਿਆਸਤ, ਸਿੱਖਾਂ ਦੀ ਸਿਆਸਤ ਦੀ ਜਿਹੜੀ ਵਿਚਾਰਧਾਰਾ ਵਾ ਉਹ ਅੱਗੇ ਨਾ ਆਉਣੀ। ਹੁਣ ਤੁਸੀਂ ਵੇਖੋ, ਤੁਸੀਂ ਇੱਕ ਮੈਂ ਪੱਤਰਕਾਰ ਵਜੋਂ ਵੀ ਤੁਹਾਡੀ ਗੱਲ ਕਰਾਂ, ਤੁਸੀਂ ਉਹ ਬੰਦੇ ਲੱਭਦੇ ਹੋ ਕਿ ਕਿਹਨਾਂ ਨਾਲ ਮੈਂ ਗੱਲ ਕਰਨੀ, ਤੁਸੀਂ ਚੁਣਦੇ ਹੋ ਬੰਦੇ, ਹੈ ਨਾ। ਤੇ ਜੇ ਗੱਲ ਕਹੀਏ ਕਿ ਸਿੱਖ ਹਿੱਤਾਂ ਦੀ ਗੱਲ, ਆਪਣੀ ਧਰਤੀ ਨੂੰ ਪਰਨਾਏ ਹੋਏ, ਆਪਣੇ ਧਰਮ ਤੇ ਮਾਣ ਕਰਨ ਵਾਲੇ ਅਤੇ ਸਿੱਖੀ ਨੂੰ ਪਹਿਲਾਂ ਰੱਖਣ ਵਾਲੇ, ਅਸੀਂ ਕਿਸਾਨ ਬਾਅਦ 'ਚ ਆ, ਪਹਿਲਾਂ ਸਿੱਖ ਆ। ਇਹੀ ਤਾਂ ਇੱਥੋਂ ਦਾ ਸਿਸਟਮ ਐਂ ਕਰਦਾ ਕਿ ਉਹ ਐਂ ਕਹਿੰਦਾ ਜੀ ਤੁਸੀਂ ਪਹਿਲਾਂ ਭਾਰਤੀ ਹੋ ਤੇ ਤੁਸੀਂ ਫਿਰ ਬਾਅਦ 'ਚ ਸਿੱਖ ਹੋ। ਐਂ ਨਹੀਂ ਹੁੰਦਾ, ਅਸੀਂ ਸਭ ਤੋਂ ਪਹਿਲਾਂ ਸਿੱਖ ਆ, ਉਸ ਤੋਂ ਬਾਅਦ ਜਿਹੜਾ ਸਾਡੇ ਨਾਲ ਕਿੱਤਾ ਜਿਹੜਾ ਸਾਡਾ ਜੁੜਿਆ ਹੋਇਆ ਉਹ ਸਾਡੀ ਰੋਟੀ ਰੋਜੀ ਆ, ਸਾਡਾ ਜਿਉਣ ਦਾ ਢੰਗ ਆ, ਸਾਡਾ ਜੋ ਸੱਭਿਅਤਾ ਸਾਡੀ ਚੱਲਦੀ ਆ ਰਹੀ ਆ ਹਜ਼ਾਰਾਂ ਸਾਲਾਂ ਦੀ। ਇਹ ਕੋਈ ਐਂ ਨਹੀਂਗਾ ਵੀ ਮੈਨੂੰ ਲੱਗਦਾ ਕਿ 10,000 ਸਾਲ ਤੋਂ ਪੁਰਾਣੀ ਆ ਇਹ ਜਿਹੜੀ ਸਾਡੀ ਸੱਭਿਅਤਾ, ਇਹ ਉਹਨੂੰ ਨਾਸ ਕਰਨਾ ਚਾਹੁੰਦੇ ਆ। ਤੇ ਰਹੀ ਗੱਲ ਤੁਸੀਂ ਜਿਹੜੀ ਐਂ ਕਹੀ ਆ ਕਿ ਉੱਥੇ ਫਾਰਮਰਸ ਯੂਨੀਅਨ ਕਿਵੇਂ ਐਕਟ ਕਰ ਰਹੀਆਂ, ਉਹਦੇ 'ਚ ਵਿਚਾਰਧਾਰਕ ਵਖਰੇਵੇਂ ਹਨ, ਉਹਨਾਂ ਦੇ ਆਪਸ 'ਚ ਵੀ ਨੇ, ਪਰ ਇਹਨਾਂ ਵਖਰੇਵਾਂ ਨੂੰ ਰੱਖਦੇ ਹੋਇਆਂ ਤੁਸੀਂ ਸਾਂਝੇ ਕਾਜ਼ ਵਾਸਤੇ ਬੜੀ ਇਕਜੁੱਟਤਾ ਬਣਾ ਕੇ ਰੱਖਣੀ ਹੁੰਦੀ ਆ। ਤੇ ਕੋਈ ਵੀ ਅਜਿਹੀ ਗੱਲ ਨਹੀਂ ਕਰਨੀ ਹੁੰਦੀ ਕਿ ਜਿਹੜੀ ਕਿਸੇ ਨੂੰ ਲੜ ਜੇ, ਕਿਸੇ ਦੀ ਹਿੱਕ ਨੂੰ ਸਾੜੇ, ਕਿਉਂਕਿ ਬਾਅਦ 'ਚ ਤੁਸੀਂ ਜੇ ਮਾਫੀਆਂ ਮੰਗਦੇ ਫਿਰੋ ਜਾਂ ਆਪਣੇ ਫੈਸਲੇ ਵਾਪਸ ਲੈਂਦੇ ਫਿਰੋ, ਚੜੂਨੀ ਸਾਹਿਬ ਦੀ ਗੱਲ ਹੋਈ, ਜਾਂ ਕੋਈ ਚੰਗਾ ਬੁਲਾਰਾ ਜਿਹਦੇ ਅੰਦਰ ਅਣਖ ਆ, ਜਿਹੜਾ ਆਪਣੀ ਮਿੱਟੀ ਦੀ ਬੋਲੀ ਦੀ ਪਹਿਰਾਵੇ ਦੀ ਗੱਲ ਕਰਦਾ ਹੋਵੇ, ਉਹ ਬੋਲ ਰਿਹਾ ਵਾ, ਤੁਸੀਂ ਉਹਦੇ ਕੋਲ ਮਾਈਕ ਖਿੱਚੀ ਜਾਓ, ਉਹਦੀਆਂ ਲੱਤਾਂ ਵੀ ਭਾ ਬਹਿ ਜਾਣ, ਫਿਰ ਇਹਨੂੰ ਨਾ ਦਿਓ ਟਾਈਮ, ਤੇ ਪਹਿਲਾਂ ਦੱਸ ਦਿਓ ਜੀ ਅਸੀਂ ਬੋਲਣ ਨਹੀਂ ਦੇਣਾ, ਤੇ ਤੁਹਾਡਾ ਜਿਹੜਾ ਚਿਹਰਾ ਉਹ ਨੰਗਾ ਹੋ ਜੇ। ਤੇ ਉਹ ਹੋਇਆ, ਇਹ ਗੱਲਾਂ ਵਾਪਰੀਆਂ ਵਾ। ਤੇ ਪਰ ਸਾਨੂੰ ਦੁਖਾਂਤ ਇਹ ਆ ਕਿ ਸਿੱਖ ਵਿਚਾਰਧਾਰਾ ਜਿਹੜੀ ਬਿਲਕੁਲ ਪੰਥ ਨੂੰ ਪਰਨਾਏ ਹੋਏ ਉਹਨਾਂ ਬੰਦਿਆਂ ਦੀਆਂ ਯੂਨੀਅਨਸ ਚਾਹੀਦੀਆਂ ਸੀ। ਵਿੱਚੋਂ ਹੈਗੇ ਆ ਬੰਦੇ ਜਿਵੇਂ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਉਹਨਾਂ ਦੀ ਵੱਖਰੀ ਸਟੇਜਾਂ ਤੋਂ ਪਿੱਛੇ ਲੱਗੀ ਹੋਈ ਆ, ਉੱਥੇ ਪੰਥ ਦੀ ਗੱਲ ਚੱਲਦੀ ਆ, ਉੱਥੇ ਗੁਰਬਾਣੀ ਦਾ ਕੀਰਤਨ। ਇੱਥੇ ਵੀ ਚਲੋ ਹੁਣ ਅੱਗੇ ਨੂੰ ਫਰਕ ਪੈ ਗਿਆ। ਜਿਹੜਾ ਦਬਾਅ ਹੁੰਦਾ ਨਾ ਉਹ ਬੜਾ ਕੁਝ ਬਦਲਾ ਲਿਆਉਂਦਾ। ਜੇ ਲੋਕਾਂ ਦਾ ਦਬਾਅ ਇਹ ਬੋਲੇ ਸੋ ਨਿਹਾਲ ਤੋਂ ਨਫ਼ਰਤ ਕਰਦਾ ਉਗਰਾਹਾਂ ਵਰਗਾ, ਰਾਜੇਵਾਲ ਨੂੰ ਤਕਲੀਫ ਹੈ ਗੁਰੂ ਕੇ ਨਿਸ਼ਾਨਾਂ ਤੋਂ, ਇਹ ਬੰਦੇ ਫਿਰ ਕਿਵੇਂ ਮਾਫੀਆਂ ਵਾਲੇ ਪਾਸੇ ਆਉਂਦੇ ਆ? ਤੇ ਫਿਰ ਲੋਕਾਂ ਦਾ ਜਿਹੜਾ ਦਬਾਅ ਉਹ ਇਹਨਾਂ ਦੇ ਉੱਤੇ ਉਸਾਰੀ ਕਰਦਾ। ਇਸੇ ਤਰ੍ਹਾਂ ਸਾਂਝੇ ਰੂਪ 'ਚ ਸਾਡਾ ਜਿਹੜਾ ਦਬਾਅ ਵਾ ਉਹ ਸਰਕਾਰ ਤੇ ਚੱਲਣਾ ਵਾ, ਅਜੇ ਉਹ ਸਮਾਂ ਆਉਣਾ ਵਾ। ਸੋ ਉਹਦੀ ਉਡੀਕ ਆ ਤੇ ਲਗਾਤਾਰਤਾ ਦੇ ਨਾਲ ਇਸ ਸੰਘਰਸ਼ ਨੂੰ ਜਾਰੀ ਰੱਖਣ ਦੀ ਲੋੜ ਆ। ਤੇ ਬਾਕੀ ਮੈਨੂੰ ਜਿਹੜੇ ਸਾਰੇ ਬੰਦੇ ਸੁਣ ਰਹੇ ਆ, ਸਾਡੇ ਭੈਣ ਭਰਾ, ਬਹੁਤਾ ਤੇ ਤੁਹਾਡਾ ਚੈਨਲ ਪ੍ਰਦੇਸ਼ ਦੇ ਵਿੱਚ ਆ, ਇੱਥੇ ਤਾਂ ਉਹਨਾਂ ਨਹੀਂ, ਕਿ ਪਰਦੇਸੀ ਜਿਹੜੇ ਤੁਸੀਂ ਵਸਦੇ ਹੋ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਕਹੋ ਕਿ ਭਾਈ ਹਾਜ਼ਰੀ ਭਰੋ, ਜਿਹੜਾ ਬੰਦਾ ਆ ਸਕਦਾ ਉਹ ਆਓ। ਇਹ ਬੜੇ ਇਤਿਹਾਸਿਕ ਪਲ ਆ। ਹੁਣ 26 ਦੇ ਟਰੈਕਟਰ ਮਾਰਚ ਜਿਹੜਾ ਨਿਕਲ ਰਿਹਾ, ਉਹਦੇ 'ਚ ਇਹਨਾਂ ਨੇ ਬੜਾ ਕੋਸ਼ਿਸ਼ ਕੀਤੀ ਸੀ ਜੀ ਉਹਨੂੰ ਤਿਰੰਗੇ ਵਾਲਾ ਰੰਗ ਜਿਹਾ ਦੇ ਕੇ, ਪਰ ਨਹੀਂ, ਲੋਕਾਂ ਨਿਸ਼ਾਨ ਸਾਹਿਬ ਗੱਡੇ ਆ, ਟਰੈਕਟਰਾਂ 'ਤੇ ਲਾਏ ਆ। ਹੁਣ ਜੇ ਤੁਸੀਂ ਜੂਝਣਾ ਨਾ, ਤੇ ਇਹਦੇ ਤੋਂ ਉੱਚਾ ਝੰਡਾ ਕੋਈ ਨਹੀਂ ਜਿਹੜਾ ਸਾਡੇ ਗੁਰੂ ਸਾਹਿਬਾਂ ਨੇ ਬਖਸ਼ਿਆ ਹੋਇਆ ਸਾਡੇ ਪੰਥ ਦਾ। ਲੋਕ ਐਂ ਕਹਿਣਗੇ ਜੀ ਇਹ ਕਿਸਾਨੀ ਦਾ ਸੰਘਰਸ਼ ਆ, ਪਰ ਜਦੋਂ ਬਹੁਤਾਤ ਵਿੱਚ 7% ਜਿਹੜੇ ਪੂਰੇ ਦੇ ਪੂਰੇ ਜਿਹੜੇ ਬੰਦੇ ਨੇ, 100% ਹੀ ਸਾਡਾ ਕਿਸਾਨ ਹੀ ਜਿਹੜਾ ਵਾ ਉਹ ਪੰਜਾਬ ਦਾ ਸਿੱਖ ਆ। ਕੋਈ ਬਹੁਤ ਟਾਵੇਂ ਹਿੰਦੂ ਹੋ ਸਕਦੇ ਜਾਂ ਮੁਸਲਮਾਨ ਜਾਂ ਕੋਈ ਹੋਰ ਧਰਮ ਦੇ ਹੋ ਸਕਦੇ, ਬਹੁਤ ਥੋੜੇ ਮਹੀਨ ਆ ਉਹ ਜਿਹੜੀ ਗਿਣਤੀ ਆ। ਤੇ ਜਦੋਂ ਲੋਕਾਂ ਦਾ ਇਹ ਧਰਮ ਇੱਥੇ ਆ, ਤੁਸੀਂ ਤੁਰ ਫਿਰ ਕੇ ਵੇਖ ਲਓ ਤੇ ਇੱਥੇ ਸਾਰੇ ਸਿੱਖ ਹੀ ਦਿਸ ਰਹੇ ਆ ਜੀ।
ਪੰਥ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਕਿ ਇਸ ਸੰਘਰਸ਼ ਦੇ ਵਿੱਚੋਂ ਪੰਥ ਨੂੰ ਪ੍ਰਾਪਤੀਆਂ ਕੀ ਹੋਈਆਂ ਨੇ? ਪੰਥ ਨੇ ਜਿਹੜੀ ਗੱਲ ਜਿਵੇਂ ਕਿ 18ਵੀਂ ਸਦੀ ਦੀ ਚੜ੍ਹਾਈ ਹੁੰਦੀ ਹੈ ਨਾ, ਉਹਦਾ ਜਲਵਾ ਵੇਖਿਆ। ਇੱਕ ਹਿੰਦੂ ਪੱਤਰਕਾਰ ਕਹਿੰਦਾ ਬੜੇ ਬੜੇ ਭਾਰੇ ਪੱਥਰ ਸੀ, ਤੁਸੀਂ ਉਹ ਕਲਿੱਪ ਸ਼ਾਇਦ ਸਾਰਿਆਂ ਨੇ ਵੇਖਿਆ ਹੀ ਹੋਣਾ। ਉਹ ਕਹਿੰਦਾ ਬੋਲੇ ਸੋ ਨਿਹਾਲ ਦਾ ਜਕਾਰਾ ਲਾਉਂਦੇ ਸੀ ਤੇ ਪੱਥਰ ਉਹ ਜਾਂਦੇ ਸੀ। ਸੋ ਇਹ ਪ੍ਰਾਪਤੀ ਆ ਕਿ ਤੁਹਾਡਾ ਪੰਥ ਦਾ ਉਹ ਜਲਵਾ ਦਿਸਣਾ, ਉਹ ਜਲਾਲ। ਕਿਉਂਕਿ ਉਸ ਤੋਂ ਇੱਕ ਦਿਨ ਪਹਿਲਾਂ ਖੱਟੜ ਦੀ ਸਟੇਟਮੈਂਟ ਸੀ, ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਆ ਮਨੋਹਰ ਲਾਲ ਖੱਟੜ, ਉਹ ਕਹਿੰਦਾ ਲਾ ਐਂਡ ਆਰਡਰ ਨੂੰ ਮੇਨਟੇਨ ਰੱਖਾਂਗੇ, ਕਿਸੇ ਨੂੰ ਲੰਘਣ ਨਹੀਂ ਦਿਆਂਗੇ। ਤੇ ਉਹਨੇ ਉਹ ਫੰਕਾਰੇ ਮਾਰੇ ਹੰਕਾਰ ਦੇ ਵਿੱਚ। ਜਦੋਂ ਬੰਦਾ ਕੋਈ ਸੱਤਾ ਦੇ ਵਿੱਚ ਹੁੰਦਾ, ਉਹ ਆਪਣਾ ਜ਼ੋਰ ਅਜਮਾ ਕੇ ਵੇਖਦਾ। ਮਹਾਰਾਜ ਨੇ ਬਾਣੀ 'ਚ ਵੀ ਕਿਹਾ ਹੈ, ਜਪਜੀ ਸਾਹਿਬ 'ਚ। ਤੇ ਉਹਨੂੰ ਜਿਹੜਾ ਸੀ ਜ਼ੋਰ ਫਿਰ ਇੱਧਰ ਵਾਲਿਆਂ ਨੇ ਵਿਖਾਇਆ। ਹਰਿਆਣੇ ਦੇ ਸਿੱਖਾਂ ਨੇ ਬੜਾ ਸਾਥ ਦਿੱਤਾ, ਗੁਰਨਾਮ ਸਿੰਘ ਚੁੜਨੀ ਵਰਗਿਆਂ ਨੇ, ਹੋਰ ਲੋਕ ਆਣ ਚੜੇ। ਤੇ ਜਦ ਕਿ ਉਸ ਵੇਲੇ ਵੀ ਸਮਝਦੇ ਜਿਹੜੇ ਹੁਣ ਪੁੱਠੀਆਂ ਗੱਲਾਂ ਕਰ ਲੈਂਦੇ ਆ ਸਟੇਜ ਤੇ, ਇਹਦੇ ਬਹਿ ਗਏ ਸੀ ਉੱਥੇ ਪਿਛਾਂ। ਤੇ ਜਿਹੜੇ ਜਿਨ੍ਹਾਂ ਦੀ ਹਿੱਕ 'ਚ ਜ਼ੋਰ ਸੀ, ਜਿਨ੍ਹਾਂ ਦਾ ਜਜ਼ਬਾ ਜਿਉਂਦਾ ਸੀ, ਫਿਰ ਉਹ ਤੁਰ ਪਿਆਂਦੇ, ਆਓ ਵੀ ਹੁਣ ਰਾਹ ਬਣਾਤਾ ਜੇ, ਆਓ ਚੱਲੀਏ ਗਾੜੀ। ਸੋ ਇਹ ਪ੍ਰਾਪਤੀ ਇਹ ਆ ਕਿ ਪ੍ਰਾਪਤੀ ਅਜੇ ਹੋਣੀ ਆ ਜਦੋਂ ਤੁਸੀਂ ਇੱਕ ਜਲਵਾ ਫਿਲਹਾਲ ਦਿਸਿਆ, ਖਾਲਸਾਈ ਜਲਾਲ ਦਿਸਿਆ। ਕਿਉਂਕਿ ਤੁਸੀਂ ਵੇਖੋ ਇਤਿਹਾਸ ਵੱਲ ਨਿਗਾਹ ਮਾਰੀਏ ਨਾ, ਜੇ ਛੇਵੇਂ ਪਾਤਸ਼ਾਹ ਜਦੋਂ ਪੈਂਦੇ ਖਾਂ ਤੇ ਵਾਰ ਕਰਦੇ ਆ, ਉਹ ਜਲਾਲ ਵੇਖਣ ਵਾਲਾ। ਵੇਖਣ ਦਾ ਮਤਲਬ ਹੈਗਾ ਕਿ ਅਸੀਂ ਕੋਈ ਫਿਲਮ ਨਹੀਂ ਵੇਖ ਲੈਣੀ, ਉਹਨੂੰ ਪੜ੍ਹ ਕੇ ਮਹਿਸੂਸ ਕਰਨਾ। ਤੇ ਸਿੱਖ ਜਦੋਂ ਐਕਟ ਕਰਦਾ ਉਸ ਗੁਰੂ ਦਾ ਸਿੱਖ, ਉਹ ਫਿਰ ਜਲਾਲ ਦੇ ਰੂਪ 'ਚ ਹੀ ਕਰਦਾ। ਸਿੱਖ ਹੱਲਾ ਨਹੀਂ ਕਰਦਾ ਕਿਸੇ ਤੇ, ਪਰ ਜੇ ਹੱਲਾ ਹੋ ਜੇ, ਕੋਈ ਆਣ ਚੜੇ, ਫਿਰ ਜਵਾਬ ਬਹੁਤ ਕਰਾਰਾ ਦਿੰਦਾ, ਲਾ ਮਿਸਾਲ ਜਵਾਬ ਦਿੰਦਾ। ਸੋ ਇਹ ਜਵਾਬ ਦਿੱਤੇ ਗਏ। ਆਖਰੀ ਸਵਾਲ ਹੈ ਜੀ ਕਿ ਬੜੀਆਂ ਠੰਡੀਆਂ ਰਾਤਾਂ ਨੇ ਇੱਥੇ, ਇੰਨੀਆਂ ਠੰਡੀਆਂ ਰਾਤਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ, ਉਹਨਾਂ ਦੇ ਜਜ਼ਬਿਆਂ ਨੂੰ ਕਿਵੇਂ ਦੇਖਦੇ ਹੋ? ਜਜ਼ਬੇ ਤਾਂ ਇੰਨੇ ਭਰਪੂਰ ਆ ਕਿ ਮੈਂ ਗਾਜ਼ੀਪੁਰ ਬਾਰਡਰ ਤੇ ਗਿਆ, ਜਿਹੜਾ ਜਦੋਂ ਤੁਸੀਂ ਯੂਪੀ ਤੋਂ ਦਿੱਲੀ 'ਚ ਐਂਟਰ ਹੁੰਦੇ ਹੋ, ਉਹਨੂੰ ਗਾਜ਼ੀਪੁਰ ਬਾਰਡਰ ਕਹਿੰਦੇ ਆ। ਉੱਥੇ ਇੱਕ ਬੁਲਾਰਾ ਬੋਲ ਰਿਹਾ ਸੀ, ਮੈਂ ਲੰਗਰ ਛਕਦਾ ਕੰਨਾਂ ਨਾਲ ਉਹਨੂੰ ਸੁਣ ਰਿਹਾ ਸਾਂ, ਧਿਆਨ ਮੇਰਾ ਉਹਦੇ 'ਚ ਸੀ। ਉਹ ਕਹਿੰਦੇ ਕਿ ਮੈਂ ਕਿਸੇ ਨੂੰ ਕਿਹਾ ਕਿ ਭਾਈ ਤਿਆਰ ਹੋ ਤੇ ਆਪਾਂ ਯੂਪੀ ਤੋਂ ਦਿੱਲੀ ਜਾਣਾ। ਉਹ ਬੰਦਾ ਕਹਿੰਦਾ ਕਿ ਨਹੀਂ ਯਾਰ, ਮੈਨੂੰ ਕੰਮ ਪੈ ਗਿਆ। ਉਹ ਕਹਿੰਦਾ ਕਿਉਂ? ਕਹਿੰਦਾ ਕੋਈ ਦੂਰ ਦਾ ਰਿਸ਼ਤੇਦਾਰ ਮੁੱਕ ਗਿਆ, ਮੈਂ ਉੱਥੇ ਜਾਣਾ। ਉਹ ਕਹਿੰਦਾ ਵੀ ਜਿਸ ਦਿਨ ਮੈਂ ਪਹਿਲੀ ਵਾਰੀ ਗਿਆ ਨਾ, ਉਹ ਬੰਦਾ ਕਹਿਣ ਲੱਗਾ ਬੁਲਾਰਾ, ਕਹਿੰਦਾ ਮੇਰਾ ਤਾਇਆ ਪੂਰਾ ਆਇਆ ਸੀ ਤੇ ਉਹਦਾ ਸੰਸਕਾਰ ਮੈਂ ਛੱਡ ਕੇ ਤੇ ਫਿਰ ਇੱਥੇ ਪਹੁੰਚ ਗਿਆ ਮੋਰਚੇ ਤੇ ਕਹਿੰਦਾ ਕਿਉਂ ਪਹੁੰਚਿਆ ਇਹ ਸੁਣ ਲਾ, ਕਿ ਤਾਇਆ ਜਾਂਦਾ ਜਾਂਦਾ ਕਹਿ ਗਿਆ ਸੀ ਪੁੱਤ ਮੋਰਚੇ ਤੇ ਜ਼ਰੂਰ ਜਾਈ। ਤੇ ਕਹਿੰਦਾ ਭਾ ਜਿੰਨੇ ਜੇ ਤੇ ਲਾਉਣੇ ਆ ਬਹਾਨੇ, ਤੇ ਬਹਾਨੇ ਕਈ ਆ, ਸਾਰਿਆਂ ਨੂੰ ਆਉਂਦੇ ਆ। ਤੇ ਉਹ ਫਿਰ ਇਹੋ ਜਿਹੀ ਜਦੋਂ ਸ਼ਬਦ ਜਿਹੜੇ ਆ ਇਹ ਬਾਣਾ ਵਾਂਗੂ ਵੱਜਦੇ ਆ। ਜਿਵੇਂ ਕਹਿੰਦੇ ਨਾ ਇੱਕ ਅਣੀ ਵਾਲਾ ਤੀਰ ਹੁੰਦਾ, ਉਹ ਖੁੱਭ ਜਾਂਦਾ, ਉਹ ਜੇ ਖਿੱਚੀਏ ਤੇ ਫਿਰ ਅੰਦਰਾਂ ਵੀ ਬਾਹਰ ਆਉਂਦੀਆਂ। ਸੋ ਇਦਾਂ ਦੇ ਤੀਰ ਜਿਹੜੇ ਆ ਲੋਕਾਂ ਨੂੰ ਬਚੇ ਆ, ਲੋਕੀ ਜਾਗੇ ਆ। ਤੇ ਸਰਕਾਰ ਤੇ ਝੁਕਣੀ ਆ, ਇਹ ਸਰਕਾਰਾਂ ਨਹੀਂ ਰਹਿਣੀਆਂ ਇਹ ਜੋ ਇਹ ਕੁਛ ਕਰਨਗੀਆਂ। ਤੇ ਬਾਕੀ ਆ ਕਿ ਸਿੱਖਾਂ ਨੂੰ ਚਿੰਤਤ ਹੋ ਕੇ ਸੋਚਣ ਦੀ ਲੋੜ ਆ ਕਿ ਭਾਈ ਅਸੀਂ ਖਲੋਤੇ ਕਿੱਥੇ ਆ। ਇਹ ਸਾਨੂੰ ਮਹਾਰਾਜ ਨੇ ਅਧਿਆਤਮ ਤੌਰ ਤੇ ਵੀ ਕਿਹਾ ਕਿ ਆਪਣਾ ਮੂਲ ਪਛਾਣ, ਤੇ ਸਾਨੂੰ ਤੁਰਦਿਆਂ ਫਿਰਦਿਆਂ ਇਹ ਵੀ ਮੂਲ ਪਛਾਣਨਾ ਚਾਹੀਦਾ ਕਿ ਇਕੱਲੇ ਅਸੀਂ ਲੰਗਰ ਨਹੀਂ ਲਾਉਣੇ ਵੀ ਆ। ਮੇਰੇ ਕਹਿਣ ਦਾ ਅਰਥ ਵੀ ਇਕੱਲੇ ਲੰਗਰ ਹੀ ਨਹੀਂ ਲਾਈ ਜਾਣੇ, ਨਾਲ ਅਗਵਾਈ ਵਾਲੇ ਰੂਪ 'ਚ ਆਉਣਾ ਤੇ ਖਾਲਸਾਈ ਸੋਚ ਦਾ ਜਿਹੜਾ ਝੰਡਾ ਵਾ ਉਹਨੂੰ ਚਲਾਉਣਾ ਵਾ। ਤੇ ਮਹਾਰਾਜ ਦਾ ਜਿਹੜਾ ਇਹ ਬਖਸ਼ਿਆ ਹੋਇਆ ਪੰਥ ਆ ਸਾਨੂੰ, ਇਹ ਖੁਦ ਗੁਰੂ ਸਾਹਿਬ ਨੇ ਤੋਰਿਆ ਹੋਇਆ, ਉਹਦੇ ਸਿੱਖ ਕਿਸਾਨ ਜਿਹੜੇ ਇੱਥੇ ਡਟੇ ਹੋਏ ਆ। ਕਿਉਂਕਿ ਉਹ ਸਾਰੇ ਸਾਡੇ ਵੱਲ ਵੇਖ ਰਹੇ ਆ। ਭਾਰਤ ਦਾ ਜਿੰਨਾ ਵੀ ਕਿਸਾਨ ਆ, ਉਹ ਚਾਹੇ ਕਿਸੇ ਵੀ ਰੂਪ 'ਚ ਹਿੰਦੂ ਹੋਵੇ, ਮੁਸਲਮਾਨ ਹੋਵੇ, ਹੋਰ ਵੀ ਹੋਵੇ, ਉਹਨਾਂ ਦੀ ਟੇਕ ਸਿੱਖਾਂ ਤੇ ਆ। ਤੇ ਇੱਕ ਰਾਗੀ ਜੀ ਪਰਸੋਂ ਬੈਠੇ ਸਾਂ, ਉਹ ਕਹਿੰਦੇ ਸਿੱਖ ਦੀ ਟੇਕ ਅਕਾਲ ਪੁਰਖ ਤੇ ਬਾਕੀਆਂ ਦੀ ਟੇਕ ਸਿੱਖ ਤੇ। ਸੋ ਇਹ ਸਿੱਖ ਜਿਹੜਾ ਵਾ ਉਹ ਅਕਾਲ ਪੁਰਖ ਦਾ ਪੁੱਤਰ ਆ। ਸੋ ਇਹ ਮੋਰਚਾ ਜਾਰੀ ਆ ਤੇ ਚੜ੍ਹਦੀ ਕਲਾ ਨਾਲ ਜਾਰੀ ਆ ਜੀ। ਧੰਨਵਾਦ ਜੀ। ਤਾਂ ਪਪਲਪ੍ਰੀਤ ਸਿੰਘ ਜੀ ਨਾਲ ਗੱਲਬਾਤ ਕੀਤੀ, ਪੱਤਰਕਾਰ ਨੇ, ਸਿੱਖ ਚਿੰਤਕ ਨੇ। ਤਾਂ ਉਹਨਾਂ ਨੇ ਇਹੀ ਕਿਹਾ ਹੈ ਕਿ ਜੋ ਮੋਰਚਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਬੜੀਆਂ ਕੁਝ ਪ੍ਰਾਪਤੀਆਂ ਹੋ ਚੁੱਕੀਆਂ ਨੇ ਤੇ ਬੜੀਆਂ ਪ੍ਰਾਪਤੀਆਂ ਹੋਣੀਆਂ ਹਜੇ ਬਾਕੀ ਨੇ। ਵੱਡੀ ਪ੍ਰਾਪਤੀ ਹੈ ਜਿਹੜੀ ਸਿੱਖ ਪੰਥ ਨੂੰ ਵੀ ਇਸ ਮੋਰਚੇ ਦੇ ਵਿੱਚੋਂ ਹੋ ਰਹੀ ਹੈ। ਤੁਸੀਂ ਸਿੱਖ ਚੈਨਲ ਨਾਲ ਬਣੇ ਰਹੋ। ਕੈਮਰਾਮੈਨ ਲਖਵਿੰਦਰ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।